जी नाज़रीन, ब्रेक के बाद आपको खुशामदीद कहते हैं। पूरी दुनिया में सिख राइट्स की जो कमेटी है उन्होंने एक रेफरेंडम करवाया खालिस्तान के क़याम के लिए। बरतानिया में भी रिकॉर्ड तादाद में वोट डाले गए, कनाडा में भी, अमेरिका में भी। इस वक्त कनाडा से जो सिख राइट्स एसोसिएशन के जो करता धरता हैं जितेंद्र सिंह साहब, उन्होंने हमें ज्वाइन किया। उन्हीं से पूछते हैं कि कितना कामयाब ये रेफरेंडम था और आलमी सतह के ऊपर इसको कितनी पजीराई मिली और भारत के ऊपर इसका कितना प्रेशर बिल्डअप हुआ है। जी जितेंद्र जी, जरा दसेगा सानू जरा की होया कि ये रेफरेंडम के बारे रिजल्ट की ने और सूरत-हाल की है सवेरे जी। हाँ जी हाँ जी भाजी, पहलो सारे वाहगुरू जी का खालसा वाहगुरू जी की फतेह ते सलाम अलैकुम टू ऑल माय मुसलमान भैन भरा। रिजल्ट आउण तो पहलो भाजी मैं एक गल कहनी चाਹੁੰਦਾ ਸੀ। देखो असी कोई जथेबंदी नहीं की राइट एसोसीएशन, असी सिक्स फॉर जस्टिस नाल काम करते हैं ते साडा ਅਸੀਂ ਕਹਿੰਦੇ ਵੀ ਰਾਈਟਸ ਨਹੀਂ, ਇਹ ਜੈਨੋਸਾਈਡ ਸੀ। ਸੋ ਇਹ ਵੈਰੀ ਇੰਪੋਰਟੈਂਟ ਹੈ ਵੀ ਜਿਹੜਾ ਇੰਡੀਅਨ ਦੀ ਲੈਂਗੁਏਜ ਆ ਉਹ ਆਪਾਂ ਐਕਸਪੋਜ਼ ਕਰੀਏ। ਦੂਸਰੀ ਗੱਲ ਮੈਂ ਕਲੀਅਰ ਕਰਨਾ ਚਾਹੁੰਦਾ ਸੀ, ਦੇਖੋ ਇਹ ਰੈਫਰੈਂਡਮ ਦੁਨੀਆ 'ਚ ਹੋ ਰਿਹਾ ਵਾ, ਪਰ ਸਭ ਤੋਂ ਪਹਿਲਾ ਲੋਕੇਸ਼ਨ ਸੀ ਲੰਡਨ ਦੇ ਵਿੱਚ। ਉਹ ਅਸੀਂ ਕੱਲ ਕੀਤਾ ਜਿਸ ਵੇਲੇ ਇੰਦਰਾ ਗਾਂਧੀ ਨੂੰ ਸਿੱਖਾਂ ਨੇ ਸਜ਼ਾ ਦਿੱਤੀ ਸੀ। ਉਸ ਵੇਲੇ ਅਸੀਂ ਅਕਤੂਬਰ 31 ਨੂੰ ਸਿੱਖਾਂ ਨੇ ਰੈਫਰੈਂਡਮ ਦੇ ਵਿੱਚ ਪਹਿਲੀ ਵਾਰੀ ਲੰਡਨ ਦੀ ਧਰਤੀ ਉੱਪਰ ਵੋਟਾਂ ਪਾਈਆਂ। ਹੁਣ ਉਹ ਲੰਡਨ ਦੀ ਧਰਤੀ ਦੇ ਵਿੱਚ ਵੋਟਾਂ ਦਾ ਰਿਜ਼ਲਟ ਅਸੀਂ ਜਿਹੜਾ ਨਾਨ ਪਾਰਟੀਸਨ ਕਮੇਟੀ ਦੇ ਕੋਲੇ ਇਹ ਰਿਜ਼ਲਟਸ ਦਿੱਤੇ ਹੋਏ ਨੇ, ਉਹ ਰਿਲੀਜ਼ ਕਰਨਗੇ ਜਦੋਂ ਸਾਰੀ ਦੁਨੀਆ ਦੇ ਵਿੱਚ ਵੋਟਾਂ ਪੈ ਗਈਆਂ। ਸੋ ਇਸ ਵੇਲੇ ਜਿਹੜੀਆਂ ਵੋਟਾਂ ਵਾ ਉਹ ਇਨ ਅ ਲੌਕ ਬਾਕਸ ਐਂਡ ਸੀਲਡ ਇਜ਼ ਵਿਦ ਦੈਟ ਕਮੇਟੀ। ਠੀਕ ਹੈ, ਇਹਦੀ ਕਾਨੂੰਨੀ ਹਸੀਅਤ ਕੀ ਹੋਏਗੀ? ਮਤਲਬ ਠੀਕ ਹੈ ਕਿ ਰੈਫਰੈਂਡਮ ਹੋ ਰਿਹਾ ਹੈ, ਇਹਨੂੰ ਦੁਨੀਆ ਕਿਸ ਤਰ੍ਹਾਂ ਮੰਨੇਗੀ? ਦੇਖੋ ਦੋ ਚੀਜ਼ਾਂ ਵਾ, ਪਹਿਲੀ ਗੱਲ ਹੈ ਦੁਨੀਆ ਨੂੰ ਮੰਨਣਾ, ਦੂਸਰੀ ਗੱਲ ਹੈ ਸਿੱਖਾਂ ਨੂੰ ਮੰਨਣਾ। ਹੁਣ ਜਿਹੜਾ ਇੰਡੀਆ ਵਾ ਉਹਨਾਂ ਦਾ ਜਿਹੜਾ ਪ੍ਰੋਪਾਗੈਂਡਾ ਕਰ ਰਹੇ ਨੇ ਵੱਖਰੇ ਵੱਖਰੇ ਜਗ੍ਹਾ ਦੇ ਵਿੱਚ ਵੀ ਸਿੱਖ ਚਾਹੁੰਦੇ ਨਹੀਂਗੇ ਖਾਲਿਸਤਾਨ, ਉਹ ਸਾਨੂੰ ਪਹਿਲਾਂ ਦੂਰ ਕਰਨਾ ਪੈਣਾ ਵਾ। ਜਿਵੇਂ ਮੈਂ ਪਿਛੇ ਵਾਰੀ ਤੁਹਾਡੇ ਸ਼ੋਅ ਦੇ ਵਿੱਚ ਕਿਹਾ ਸੀਗਾ ਵੀ ਇਹ ਰੈਫਰੈਂਡਮ ਅਨਆਫੀਸ਼ੀਅਲ ਰੈਫਰੈਂਡਮ ਆ, ਪਰ ਜੇ 10 ਜਾਣੇ ਇੱਕ ਕਮਰੇ ਦੇ ਵਿੱਚ ਹੋਣ ਤੇ ਜੇ ਇੱਕ ਬੰਦੇ ਕੋਲੇ ਕਵੇ ਉਹਦੇ ਕੋਲੇ ਇੱਕ ਸਟੈਂਪ ਪਿਆ ਤੇ ਉਹ ਬੰਦਾ ਕਵੇ ਜਿਹੜੀ ਚੀਜ਼ ਸਾਰੇ ਆਪਾਂ ਸਹਿਮਤੀ ਹੋਵਾਂਗੇ, ਜੇ ਮੈਂ ਸਟੈਂਪ ਲਾਉਂਗਾ ਫਿਰ ਹੀ ਇਹ ਚੀਜ਼ ਦੀ ਕੋਈ ਕੀਮਤ ਹੈ, ਜੇ ਮੈਂ ਸਟੈਂਪ ਨਹੀਂ ਲਾਇਆ ਫਿਰ ਉਹਦੀ ਕੋਈ ਚੀਜ਼ ਦੀ ਕੀਮਤ ਨਹੀਂ। ਪਰ ਜੇ 9 ਜਾਣੇ ਨੇ ਰਲ ਕੇ ਕਿਹਾ ਵੀ ਇਹ ਇੱਕ ਨੂੰ ਕੱਢੋ ਬਾਹਰ, ਉਹ ਸਟੈਂਪ ਦੀ ਕਿੰਨੀ ਕੀਮਤ ਰਹਿ ਜੂਗੀ ਉਹਦਾ ਸਮਾਂ ਹੀ ਫਿਰ ਦੱਸੂਗਾ। ਸਹੀ। ਤੇ ਇਹ ਗੱਲ ਹੁੰਦੀ ਹੈ ਇਹ ਰੈਫਰੈਂਡਮ ਨਾਲ। ਇਹ ਅਨਆਫੀਸ਼ੀਅਲ ਨਾਨ ਬਾਈਂਡਿੰਗ ਰੈਫਰੈਂਡਮ ਆ, ਪਰ ਜਿਹੜਾ एकता सिख पंथ च सिख कम्युनिटी दे विच आ रही आ, जे इंडिया कवे ये नॉन बाइंडिंग आ ओदा साडा स्टैंप नहीं लग्या, उस स्टैंप दा असीं आउण वाले समय च हिसाब देवांगे किन्ना क कीमती आ। ठीक। अच्छा एक गल ये दसो कि ਜਿਹੜੀ ਜ਼ਿਮੀਂਦਾਰਾਂ ਦੀ ਮੂਵਮੈਂਟ ਚੱਲ ਰਹੀ ਸੀ, ਇਹ ਜ਼ਾਹਿਰ ਬਾਤ ਹੈ ਇੱਕ ਖਾਸ ਤੌਰ ਤੇ ਸਿੱਖ ਕਮਿਊਨਿਟੀ ਦੇ ਨਾਲ ਖਾਸ ਤੌਰ ਤੇ ਜ਼ਿਆਦਤੀ ਦੇ ਤੌਰ ਤੇ ਉਹ ਮੂਵਮੈਂਟ ਜਿਹੜੀ ਹੈ ਉਹ ਇਸ ਨੂੰ ਹੋਰ ਹਵਾ ਦੇਵੇਗੀ ਜਿਹੜੀ ਆਪਣਾ ਤੁਹਾਡੀ ਸਾਰੀ ਮੂਵਮੈਂਟ ਨੂੰ ਉਸ ਤੇ ਖਾਲਿਸਤਾਨ ਦੀ? ਜੀ ਜ਼ਰੂਰ। ਜਿਹੜੇ ਜ਼ਿੰਮੇਦਾਰ ਨੇ ਪੰਜਾਬ 'ਚ ਬੈਠੇ ਉਹਨਾਂ ਨੂੰ ਉਹ ਇੱਕ ਕਿਸਮ ਦਾ ਫਰੰਟ ਲਾਈਨ ਦੇ ਨੇ ਇਸ ਸਮੇਂ, ਜਿਨ੍ਹਾਂ ਨੂੰ ਦਿਸ ਰਿਹਾ ਵਾ ਵੀ ਕਿੰਨੀ ਬੇਇਨਸਾਫੀ ਇੰਡੀਆ ਕਰ ਰਿਹਾ ਵਾ। ਜਿਹੜੇ ਜ਼ਿੰਮੇਦਾਰ ਦੇ ਇੰਡੀਆ ਦੇ ਚੁਣੇ ਹੋਏ ਲੀਡਰਸ ਬਣੇ ਹੋਏ ਨੇ, ਜਿਹੜੇ ਆਪ ਨੂੰ ਕਮਿਊਨਿਸਟ ਕਹਿੰਦੇ ਨੇ, ਉਹਨਾਂ ਦੀ ਕੋਈ ਵੈਲਿਊ ਨਹੀਂ। ਪਰ ਜਿਹੜੇ ਆਮ ਸਿੱਖ ਨੇ ਜਿਹੜੇ ਅੱਕੇ ਪਏ ਨੇ ਕਾਨੂੰਨਾਂ ਨਾਲ, ਕਾਲੇ ਕਾਨੂੰਨ ਜਿਹੜੇ ਇੰਡੀਆ ਵਾਰ-ਵਾਰ ਪਾ ਰਿਹਾ ਵਾ, ਟਾਡਾ ਤੋਂ ਲੈ ਕੇ ਅੱਜ ਹੁਣ ਇਹ ਜ਼ਮੀਨਾਂ ਖੋਣ ਨੂੰ, ਇਹ ਅੱਕਿਆਂ ਕਰਕੇ ਇੰਡੀਆ ਨੂੰ ਪੰਜਾਬ 'ਚੋਂ ਕੱਢਣਾ ਪੈਣਾ ਵਾ। ਤਾਂ ਹੀ ਸਿੱਖਾਂ ਨੇ ਵੋਟ ਪਾਈ ਆ, ਤਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਖਾਲਸਾ ਦਾ ਝੰਡਾ ਚਾੜਾਂਗੇ ਇਹ ਸਾਰੇ ਗੰਦੇ ਕਾਨੂੰਨ ਅਸੀਂ ਬੰਦ ਤੇ ਮਿਟਾਵਾਂਗੇ। ਲਓ ਜੀ, ਤੁਹਾਨੂੰ ਗੁਰੂ ਤੁਹਾਨੂੰ ਕਾਮਯਾਬੀ ਦੇਵੇ ਤੇ ਮੈਂ ਤੇ ਤੁਹਾਡੇ ਲਈ ਬਿਹਤਰੀ ਦੁਆ ਤੇ ਤੁਹਾਡੀਆਂ ਸਾਰੀਆਂ ਤਮੰਨਾਵਾਂ ਤੇ ਉਹ ਝੰਡਾ ਜਿਹੜਾ ਜਲਦੀ ਅਸੀਂ ਆਪਣੀ ਜ਼ਿੰਦਗੀ 'ਚ ਆਪਣੀ ਅੱਖਾਂ 'ਚ ਵੇਖੇ ਜੀ। ਬੜੀ ਮਿਹਰਬਾਨੀ ਸਰਕਾਰ, बहुत शुक्रिया जी। अच्छा जी, दूसरा इशू है जी अफगानिस्तान। चमन बॉर्डर खुल गया, तजारत खुल गई, मुज़ाकरात कामयाब हुए, और दूसरी जो चीज़ हुई है वो है अमीरुल मोमिनीन जो है उनके। अच्छा, वो अभी तक कुछ कंफर्म नहीं हो रहा था, इसलिए मैंने अभी उनसे पूछा था कि कंफर्म। देखो तस्वीरें तो आई हैं, तस्वीरें भी आई तस्वीरें हैं, ओरिजिनल तस्वीर है, तस्वीरें ओरिजिनल है, तस्वीरें तो ओरिजिनल है, तस्वीरें तो उनकी ओरिजिनल फिर लेकिन उन्होंने कोई ऐसा ट्वीट नहीं किया। मौलाना हिब्बतुल्लाह जो थे बहुत अरसा कोयटा में रहे हैं। हाँ जी, और कोयटा में बकायदा दर्स देते थे बहुत अरसा, तो सब लोगों ने देखा हुआ उनको। तो तस्वीरें तो ठीक हैं, तो लेकिन ये है कि तस्वीरें भी बड़े अरसे के बाद आई। मैंने उनसे पूछा था आते क्यों नहीं, उन्होंने कहते जब तक ड्रोन्स का मामला है, हम अपने मौला उमर के ज़माने में यही था
کہ وہ کسی طور پہ ہٹ ہو سکتے ہیں، ان کا بہت تو ان کو نہیں سامنے لاتے تھے، اس لیے امیر المومنین کے بارے میں کہ یہ پھر ہماری یونٹی آف کمانڈ کا مسئلہ ہے، لیکن وہ قندھار میں سنا ہے آئے ہیں، لیکن اصل مسئلہ لائبریری والی تصویر بھی جاری کی تھی ان کی، کون سی والی؟ لائبریری میں بیٹھے ہوئے ہیں، یہ قندھار کی تصویر جاری کی تھی انہوں نے جب وہ قندھار پہنچے تھے۔ جی وہ صحیح۔ اچھا، لیکن اصل مسئلہ یہ ہے کہ پاکستان بڑے عرصے کے بعد کافی حد تک جو ہے انہوں نے ایک معاہدہ کر لیا ہے کہ وہاں سے چیزیں آنا شروع ہوں گی، اب اس میں سے ویب اب شروع ہو گئے ہیں آنے، باقی چیز سب سے اہم چیز بات ہے کہ پاکستان کو جو کول سپلائی انٹرنیشنل بند ہوئی تھی، کیوں بند ہوئی تھی؟ میں نے آپ کو پہلے بتایا کہ اس دفعہ اللہ تبارک تعالیٰ نے عجیب و غریب کام کیا۔ انگلینڈ کے اندر دیکھیں جب عذاب آتا ہے تو کمال آتا ہے، انگلینڈ کے اندر جو 40% انرجی تھی وہ آتی تھی ہوا سے، نارتھ سی، انگلینڈ بھی، ناروے بھی، باقی ساری جگہوں پہ بھی۔ آپ حیران ہوں گے کہ ہوا چلنا بند ہو گئی ہے، اور اس وقت صرف 20% ان کی انرجی وہاں سے آ رہی ہے انگلینڈ سے۔ انہوں نے ایڈنبرا کا کول کھولنا شروع کیا، کول منگانا شروع کیا، کول مہنگا ہو گیا، وہ بھی 2024 میں کھلے گا۔ پورے یورپ کے اوپر والے حصے کو ناروے اپنے واٹر ریزروائر سے پانی دیتا تھا، ہوا یہ ہے کہ بارش برسی ہے، وہ پہاڑوں سے نیچے برسی ہے، پہاڑوں کے اوپر نہیں برسی، وہ سارے ڈیم جو ہیں وہ خالی ہو گئے۔ ٹھیک، تو یہ پانی کے اوپر جو ان کا بیسک ریزروائر تھا جس میں 48% پانی تھی وہاں سے آتی تھی، اور ناروے، سویڈن، ڈینمارک، ان جگہوں پہ تو 100% وہیں سے آ رہی تھی، وہ ختم ہو گئی، وہ بھی کول پہ شفٹ کریں کہ پرانے کول پوائنٹ تو کول۔ تو اب مزار شریف سے کوئلہ جو ہے وہ یہاں پر آنا شروع ہو گیا۔ مجھے کل ایک صاحب آئے ہوئے تھے، وہ کوئلہ وہاں سے لے کے آتے ہیں، وہ کہتے ہیں مجھے خاص طور پہ وزیرستان کے اندر باقاعدہ گودام بنانے کے لیے کہا گیا، تو اگر ہمارے کل کو کرائسس پیدا ہو کسی طور پر بھی ہمارے کول پلانٹس جیسے سائی وال کا ہے دوسرے، تو ہمیں کوئلہ جو ہے، اور افغانستان میں بہت زیادہ کوئلہ ہے، اگرچہ کہ وہاں ان کی جو مائننگ ہے بڑی ٹریڈیشنل سی ہے وہی، اور سب سے بڑی بات ہے ہزارے وہاں پر کام کرتے ہیں مائنس کے اندر، یہاں بھی ہمارے یہاں ہزارے کام کرتے ہیں، وہاں بھی کیونکہ بہت ٹف کام ہے، یا کسی حد تک ازبک کام ہے۔ ایک یہ ہے، دوسرا یہ ہے کہ فروٹ سے ہمارے، تیسری جو اہم ترین چیز جو ہے ان کے لیے، بہت سارے ان کے جو تجارت تھی وہ انڈیا کے ساتھ تھی، وہ چہابار اور باقی جگہ پہ کرتے تھے، اب وہ انڈیا کے ساتھ کہتے ہیں میں تجارت ختم ہو گئی، جس میں سے ان کی سب سے اہم ترین تجارت تھی وہ تھی ان کے پریشس سٹونز کی، زمرد ہے، اس طرح مطلب لیپس لازولی ہے، اس طرح اور بہت سارے چھوٹے چھوٹے چیزیں، روبی ہے، یہ سارے جو ہیں وہ جس کو کہتے ہیں نا، وہ کہ نا ہمسایہ جبریل اقبال کا جو شعر ہے، مجھے آج بھی والد صاحب کی بات یاد آتی ہے، ہمسایہ جبریل امی بندہ خاکی ہے، اس کا نہ شیمن نہ بخارا نہ بدخشاں۔ تو میں نے ابا جی سے پوچھا کہ یہ بدخشاں اور بخارا کیوں میں چنے، تو کہتے ہیں کہ بدخشاں جو ہے نا افغانستان میں ہے، اس کے لال مشہور ہے، لال بدخشاں، ٹھیک، اور بخارا جو ہے وہاں کے ہیرے مشہور ہیں، تو بدخشاں تو بخارا جو ہے وہ تو وہاں ہے اپنا ازبکستان میں، لیکن بدخشاں یہاں پر ہے، اور لال و جواہر جتنے بھی ہیں وہ سارے یہاں کے ہوتے تھے، اور پورے انڈیا میں پھر آگے جا کے باقی جگہ اوریجنل سپلائی ہوتے تھے۔ اور آپ کو پتہ ہے کہ سب سے زیادہ زیور جو ہے نا، اور سب سے زیادہ سونے کی شوقین جو ہیں وہ بھارتی خواتین ہیں، دنیا میں سب سے زیادہ کہتے ہیں سونا اگر کہیں موجود ہے ان دا ریئل گولڈ ہینڈس میں تو صرف انڈیا کی عورتوں کے پاس ہے، کیونکہ وہ سونے پہ مرتی ہیں، سارا داج جہیز وہ سارا کچھ، تو وہ ایک ان کی تجارت ہوتی۔ اب لگتا یہ ہے کہ وہ پاکستان کے تھرو انٹرنیشنل مارکیٹ کو کہیں جائے گی، اور پھر اگر راستہ یہی ہے کہ پاکستان آئے، یہاں کے سونار اس کو لیں اور دبئی بھیجیں، اور دبئی سے پھر انڈیا لے جائیں، جیسے ہمارے ہاں انڈیا میں کی ساری چیزیں جو دبئی سے آتی ہیں، تو یہ اصل میں صورتحال ہے۔ چیزیں بہتر ہو رہی ہیں، سٹیبلائز ہو رہی ہیں، خوراک کی باقی چیزوں کو ان کو اندازہ نہیں تھا، ان کو صرف جو سروسز کے لوگ تھے ان کی تنخواہوں کا مسئلہ تھا، اور اگر یہ چلنا شروع ہو گیا مسئلہ تو ظاہر بات ہے پاکستانی روپیز میں اگر وہ لیں گے تب بھی دے کین کنورٹ انٹو ڈالرز، ٹھیک ہے، وہ بڑی آسانی سے پاکستانی اسی جگہ پہ یہاں پہ پیمنٹ کے وقت ہی کنورٹ کیے جا سکتے ہیں وہ ڈالرز کے، اور اپنے اگر اس میں ڈالرز میں راست بھی وہ ٹریڈ کر سکتے ہیں، تو یہ ایک انٹرنیشنل کرنسی پاکستان بنتی جا رہی ہے۔ چلے جی دیکھتے ہیں کیا ہوتا ہے، اور پاکستان کے لیے کتنی اچھی خبریں آتی ہیں، ہمارے ہمسائے میں اگر امن ہے تو ہمارے ہاں بھی خوشحالی آئے گی۔ یہاں ہی اب پروگرام ختم کرتے ہیں، کل انشاءاللہ پھر ملاقات کریں گے کچھ نئے موضوعات کے ساتھ، اپنا خیال رکھیں، اللہ حافظ۔